बहोरी। तेग बहादुर परम किरपाला, परम किरपाला। श्री गुरु गोबिंद सिंह विसाला। तरो तारा पर पुन पुन सीसा, पुन पुन सीसा। बंदा बार बार जगदीसा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदा कार्यानुराग। श्री गुर शब्द कमाए जिन, जीते पंच बेकार। तेन संतन का बंदना, सिर चरणन पर धार। एक अंकारा सतगुरु, तेह प्रसाद सच होए। वाहिगुरु जी की फतेह है, विघ्न विनाशन सोए। कथा निता प्रत होत है, सुनहो सिंह सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। ਵਾਹਿਗੁਰੂ ਸਾਹਿਬ ਜੀ। ਸ਼ੰਕਰ ਛੰਦ ਸੁਨ ਕਰ कहत भयो बच लालो। कौन वर्त तव नाम, सर्ब वृतांत जनावो अपना। केह स्थानन धाम, सुन कर कहत भयो बच लालो। वाहिगुरु जी का खालसा, वाहिगुरु जी की फतेह। पतत पावन किरपा निधान, गरीब निवाज जुगो जुग अटल। वालिए कुल आलम सरवरे कायनात, हजूरे अनवर शहनशाहे दो जहान। धन धन सतगुरु श्री गुरु ग्रंथ साहिब जी की पावन पवित्र निੱਘੀ गोद विच गुरु रूप गुरु खालसा साध संगत जीओ। ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਸ਼ਾਮ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਨੇ ਸੋਦਰ ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਦੀ ਪਾਵਨ ਰਸਨਾ ਤੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ। ਸਾਧ ਸੰਗਤ ਜੀਓ, ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਉਚਾਰਨ ਕੀਤੇ ਨੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ। ਕਲ ਤਾਰਨ ਗੁਰੂ ਨਾਨਕ ਆਇਆ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ। ਅਤੇ ਜਾਹਰ ਪੀਰ ਜਗਤ ਗੁਰ ਬਾਬਾ, ਜਿਨ੍ਹਾਂ ਦੇ ਬਾਬਤ ਪੰਜਵੇਂ ਪਾਤਸ਼ਾਹ ਜੀ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਐਸੇ ਬਚਨ ਉਚਾਰਨ ਕੀਤੇ ਨੇ। ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਪਹਿਲਾਂ ਸੁਲਤਾਨਪੁਰ ਸਾਹਿਬ ਦੇ ਵਿੱਚ ਹਟ ਸਾਹਿਬ ਦੇ ਉੱਪਰ ਬੈਠ ਕੇ ਅਨੇਕਾਂ ਜੀਵਾਂ ਨੂੰ ਨਿਹਾਲ ਕੀਤਾ। ਜਗਤ ਦੇ ਉੱਪਰੋਂ ਗਰੀਬੀ ਰੋੜ ਦਿੱਤੀ, ਗਰੀਬੀ ਖਤਮ ਕਰ ਦਿੱਤੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਟ ਸਾਹਿਬ ਤੇ ਬੈਠ ਕੇ 13 ਤੋਲਿਆ, ਕਹਿਣ ਤੋਂ ਭਾਵ ਕਿ ਜੋ ਵੀ ਆਇਆ ਉਹ ਝੋਲੀਆਂ ਭਰ ਕੇ ਗਿਆ। ਭਾਵੇਂ ਨਿੰਦਕ ਲੋਕ ਸਤਿਗੁਰੂ ਜੀ ਦੀ ਵਡਿਆਈ ਨੂੰ ਦੇਖ ਕੇ ਅਨੇਕਾਂ ਤਰ੍ਹਾਂ ਨਿੰਦਿਆ ਕਰਦੇ ਸਨ, ਪਰ ਸਤਿਗੁਰੂ ਜੀ ਜੋ ਕਾਰਜ ਕਰਨ ਵਾਸਤੇ ਆਏ ਸਨ, ਜੀਵਾਂ ਦਾ ਭਲਾ ਕਰਨ ਵਿੱਚ ਹੀ ਮਸਤ ਰਹੇ ਹਨ।
ਤੋ ਗੁਰੂ ਕੇ ਸਿੱਖੋ। ਫਿਰ ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਜਿਹੜੇ ਭਗਤੀ ਕਰਨ ਵਾਲੇ ਰਿਸ਼ੀ ਮੁਨੀ, ਗੁਰੂ ਕੇ ਸਿੱਖ, ਭਾਵਨਾ ਵਾਲੇ, ਬੰਦਗੀ ਕਰਨ ਵਾਲੇ, ਜਿਨ੍ਹਾਂ ਦੀ ਬੰਦਗੀ ਹਜੇ ਪੂਰੀ ਨਹੀਂ ਹੋਈ, ਅਧੂਰੀ ਹੈ, ਉਹਨਾਂ ਦੀ ਬੰਦਗੀ ਨੂੰ ਭਾਗ ਲਾਉਣ ਵਾਸਤੇ, ਉਹਨਾਂ ਨੂੰ ਸੰਪੂਰਨ ਕਰਨ ਵਾਸਤੇ, ਰੱਬ ਦੇ ਨਾਮ ਦੇ ਨਾਲ ਸੰਪੂਰਨ ਤੌਰ ਤੇ ਜੋੜਨ ਵਾਸਤੇ ਥਾਂ ਥਾਂ ਤੇ ਜਾ ਕੇ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ, ਪ੍ਰਮਾਤਮਾ ਦੇ ਇਹਨਾਂ ਜੀਵਾਂ ਨੂੰ ਸਿੱਧੇ ਰਾਹ ਪਾਉਣਾ, ਨਾਮ ਜਪਣ ਦੇ ਵਿੱਚ ਲਾਉਣਾ ਹੈ। ਕਿਉਂਕਿ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ, ਆਨ ਰੁਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਐਸੇ ਦੀਨ ਦਿਆਲ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਭਾਈ ਲਾਲੋ ਜੀ ਦੇ ਘਰ ਨੂੰ ਇੱਕ ਕੇਂਦਰ ਬਣਾਇਆ। ਜਦੋਂ ਉਦਾਸੀ ਆਰੰਭ ਕਰਨੀ ਹੁੰਦੀ ਉਸ ਸਮੇਂ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਜਾਂਦੇ, ਤੇ ਜਦੋਂ ਉਦਾਸੀ ਸਮਾਪਤ ਕਰਦੇ ਫਿਰ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਆ ਕੇ ਸੁਲਤਾਨਪੁਰ ਸਾਹਿਬ ਵਿਖੇ ਤੇ ਜਾਂ ਫਿਰ ਤਲਵੰਡੀ ਨਗਰ ਦੇ ਵਿੱਚ ਚਰਨ ਪਾਉਂਦੇ। ਗਰੀਬ ਸਿੱਖ ਨੂੰ ਨਿਵਾਜਦਿਆਂ ਹੋਇਆਂ ਸਤਿਗੁਰੂ ਜੀ ਨੇ ਭਾਈ ਲਾਲੋ ਦੇ ਘਰ ਨੂੰ ਇੱਕ ਕੇਂਦਰ ਬਣਾਇਆ। 4 ਉਦਾਸੀਆਂ ਕੀਤੀਆਂ ਤੇ ਚਾਰੇ ਉਦਾਸੀਆਂ ਦੇ ਆਰੰਭ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਪਹਿਲੀ ਵਾਰ ਹੁਣ ਗਏ ਨੇ। ਇਹ ਪਹਿਲੀ ਉਦਾਸੀ ਪ੍ਰਾਰੰਭ ਹੋਵੇਗੀ ਭਾਈ ਲਾਲੋ ਜੀ ਦੇ ਨਾਲ ਜੋ ਬਚਨ ਵਿਲਾਸ ਹੋ ਰਹੇ ਨੇ। ਭਾਈ ਲਾਲੋ ਜੀ ਨੇ ਪੁੱਛਿਆ ਹੈ ਕਿ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਕਿੱਥੇ ਨਗਰ ਹੈ ਤੁਹਾਡਾ। ਇਹ ਸਾਰੇ ਸਵਾਲ ਨੇ ਨਾ ਜਿਹੜੇ, ਇਹਨਾਂ ਦਾ ਜਵਾਬ ਪਹਿਲਾਂ ਤਾਂ ਭਾਈ ਮਰਦਾਨੇ ਨੇ ਜਦੋਂ ਸੁਣਿਆ ਕਿ ਇਹਨੇ ਸਹਿਜ ਸੁਭਾਇਕ ਹੀ ਆਪਣੇ ਮੁਖ ਤੋਂ ਇਹ ਕਿਹਾ ਹੈ ਕਿ ਮੈਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੈਸੇ ਪ੍ਰਤੀਤ ਹੁੰਦੇ ਹੋ, ਤੁਹਾਡੇ ਚਿਹਰੇ ਦੇ ਉੱਪਰ ਬੜਾ ਪ੍ਰਤਾਪ ਹੈ। ਭਾਈ ਮਰਦਾਨੇ ਨੇ ਬਚਨ ਕਹੇ ਸਨ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ, ਇਹਨਾਂ ਦੇ ਉੱਪਰ ਭਰੋਸਾ ਕਰ। ਭਾਈ ਲਾਲੋ ਜੀ ਨੂੰ ਇਹ ਬਚਨ ਕਹੇ। ਆਓ ਜੀ, ਬਚਨ ਹੋ ਰਹੇ ਨੇ, ਧਿਆਨ ਦੇ ਸਹਿਤ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ ਤੇ ਨਾਲ ਹੀ 9 ਪ੍ਰਕਾਰ ਦੀ ਭਗਤੀ ਦੇ ਸੰਬੰਧ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਕਰਨਗੇ। ਸੁਨ ਕਰ ਕਹਿਤ ਭਇਓ ਬਚ ਲਾਲੋ, ਕੌਣ ਵਰਨ ਤਵ ਨਾਮ। ਜੋ ਸਤਿਗੁਰੂ ਜੀ ਦੇ ਅਤੇ ਭਾਈ ਮਰਦਾਨੇ ਦੇ ਬਚਨਾਂ ਨੂੰ ਸੁਣ ਕੇ ਭਾਈ ਲਾਲੋ ਜੀ ਕਹਿਣ ਲੱਗੇ ਕਿ ਸੰਤ ਜੀਓ, ਆਪ ਜੀ ਦਾ ਵਰਨ ਕਿਹੜਾ ਹੈ ਅਤੇ ਆਪ ਜੀ ਦਾ ਨਾਮ ਕੀ ਹੈ, ਦੱਸੋ ਜੀ ਕਿਰਪਾ ਕਰਕੇ। ਸਰਬ ਬ੍ਰਤਾਂਤ ਜਨਾਬ ਹੋ ਆਪਣਾ, ਕਿਹ ਸਥਾਨਕ ਧਾਮ। ਸਾਰਾ ਬਿਰਤਾਂਤ ਜਣਾ ਦਿਓ ਆਪਣਾ, ਸਭ ਕੁਝ ਦੱਸ ਦਿਓ, ਕਿਸ ਅਸਥਾਨ ਦੇ ਉੱਪਰ ਤੁਹਾਡਾ ਘਰ ਹੈ। ਮਰਦਾਨਾ ਲਖ ਨਾਮ ਹਮਾਰਾ, ਬਚਤ ਇਨਕੇ ਸਾਥ। ਭਾਈ ਮਰਦਾਨਾ ਪਹਿਲਾਂ ਆਪਣੇ ਬਾਰੇ ਦੱਸਣ ਲੱਗਾ ਕਿ ਮੇਰਾ ਨਾਮ ਹੈ ਭਾਈ ਮਰਦਾਨਾ। ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦਾ ਹਾਂ, ਇਹਨਾਂ ਦੇ ਨਾਲ ਹੀ ਵਿਚਰਦਾ ਹਾਂ ਥਾਵਾਂ ਪ੍ਰਥਾਵਾਂ ਤੇ। ਬੇਦੀ ਕੁਲ ਕੋ ਚੀਨ ਮਿਰਾਸੀ, ਨਾਨਕ ਜੀ ਮਮਨਾਥ। ਬੇਦੀ ਕੁਲ ਦਾ ਮਰਾਸੀ ਹਾਂ ਮੈਂ, ਤੇ ਮੇਰੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਦਵਈਆ ਛੰਦ ਬੰਦ ਉਬੈ ਕਰ ਬੰਧਨ ਕੀਨੀ, ਸੁਨ ਕਰ ਲਾਲੋ ਤਬ ਹੀ। ਜਦੋਂ ਭਾਈ ਲਾਲੋ ਨੇ ਭਾਈ ਮਰਦਾਨਾ ਜੀ ਦੇ ਮੁਖ ਤੋਂ ਇਹ ਸੁਣਿਆ ਕਿ ਮੈਂ ਮਰਾਸੀ ਹਾਂ ਤੇ ਮੇਰਾ ਨਾਮ ਭਾਈ ਮਰਦਾਨਾ ਹੈ, ਤੇ ਮੇਰੇ ਜਿਹੜੇ ਮਾਲਕ ਨੇ ਨਾ ਉਹ ਜਗਤ ਸਾਰੀ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਮਾਲਕ ਨੇ, ਮੇਰੇ ਗੁਰੂ ਨੇ। ਕਿੰਨੇ ਪਿਆਰ ਅਤੇ ਕਿੰਨੇ ਮਾਣ ਦੇ ਨਾਲ ਭਾਈ ਮਰਦਾਨੇ ਨੇ ਇਹ ਕਿਹਾ ਕਿ ਮੇਰੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਤੇ ਜਦੋਂ ਭਾਈ ਮਰਦਾਨੇ ਨੇ ਇਹ ਬਚਨ ਕਹੇ ਤੇ ਉਸੇ ਵੇਲੇ ਹੀ ਦੋਨੇ ਹੱਥ ਜੋੜ ਕੇ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਭਾਈ ਲਾਲੋ ਨੇ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਉੱਪਰ ਨਮਸਕਾਰ ਕੀਤੀ। ਸੀਸ ਧਰਿਓ ਪਦ ਪੰਕਜ ਉਪਰ ਪ੍ਰਾਪਤ ਨਿਸ਼ਚਾ ਜਬ ਹੀ। ਜਦੋਂ ਨਿਸ਼ਚਾ ਹੋ ਗਿਆ, ਪੱਕਾ ਵਿਸ਼ਵਾਸ ਹੋ ਗਿਆ ਕਿ ਉਹ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਦੇ ਉੱਪਰ ਪ੍ਰਫੁੱਲਤ ਹੋ ਰਹੀ ਹੈ, ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਦੇ ਉੱਪਰ ਭੂਖਸ਼ਿਤ ਹੋ ਰਹੀ ਹੈ, ਐਸੇ ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਉੱਪਰ ਭਾਈ ਲਾਲੋ ਨੇ ਪ੍ਰੇਮ ਦੇ ਵਿੱਚ ਆ ਕੇ, ਪ੍ਰੇਮ ਦੇ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਸਾਦਰ ਸੋ ਤਬ ਮੰਚ ਡਸਾਵਾ ਬੈਸ ਗਏ ਤਿਹ ਕਲ। ਉਸੇ ਵੇਲੇ ਨਮਸਕਾਰ ਕਰਕੇ ਤੇ ਭਾਈ ਲਾਲੋ ਨੇ ਬੜੇ ਪ੍ਰੇਮ ਦੇ ਸਹਿਤ ਇੱਕ ਜਿਹੜਾ ਪਲੰਘਾ ਬਣਿਆ ਹੋਇਆ ਸੀ ਨਾ, ਉਹ ਸਤਿਗੁਰੂ ਜੀ ਦੇ ਵਾਸਤੇ ਬੈਠਣ ਵਾਸਤੇ ਢਾ ਦਿੱਤਾ ਹੈ। ਸੁਖ ਸਾਗਰ ਪੂਰਨ ਜਗਦੀਸ਼ਾ ਦਸ ਹੈ ਕਰਨ ਨਿਹਾਲਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁੱਖਾਂ ਦੇ ਸਾਗਰ ਨੇ। ਆਪਣੇ ਦਾਸਾਂ ਨੂੰ, ਸੇਵਕਾਂ ਨੂੰ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਆਏ ਹਨ। ਆਇ ਸੁਪਾਏ ਅਸਨ ਕਰਬੇ ਹਿਤ ਗਵਨੋ ਹਿਤ ਗਵਨਿਓ ਲਾਲੋ ਤਬ ਹੀ। ਸਤਿਗੁਰੂ ਜੀ ਦੀ ਹੁਣ ਆਗਿਆ ਲਈ ਹੈ ਭਾਈ ਲਾਲੋ ਨੇ ਕਿ ਸੰਤ ਜੀਓ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਆਪ ਜੀ ਦੇ ਵਾਸਤੇ ਭੋਜਨ ਤਿਆਰ ਕਰਵਾਵਾਂ। ਸਤਿਗੁਰੂ ਜੀ ਦੀ ਜਦੋਂ ਆਗਿਆ ਹੋਈ, ਸਤਿਗੁਰੂ ਜੀ ਨੇ ਹੁਕਮ ਦਿੱਤਾ ਤੇ ਭਾਈ ਲਾਲੋ ਜੀ ਆਪਣੇ ਘਰ ਦੇ ਵਿੱਚ ਗਏ ਨੇ ਸਤਿਗੁਰੂ ਜੀ ਦੇ ਵਾਸਤੇ ਭੋਜਨ ਤਿਆਰ ਕਰਾਉਣ ਵਾਸਤੇ। ਬੂਝਤ ਭਾ ਮਰਦਾਨਾ ਬਹੁਰੋ ਹਮਸੋ ਕਹੀਏ ਸਭ ਹੀ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਭਾਈ ਮਰਦਾਨੇ ਨੇ ਕਿ ਸਤਿਗੁਰੂ ਜੀਓ ਕਿਰਪਾ ਕਰਕੇ ਦੱਸੋ ਜੀ, ਕੌਣ ਹੈ ਇਹ ਮਾਨਵ ਸੁਆਮੀ ਜਿਹੇ ਪਰ ਕਰੁਣਾ ਕੀਨੀ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਭਾਈ ਮਰਦਾਨੇ ਨੇ ਕਿ ਸਤਿਗੁਰੂ ਜੀਓ ਇਹ ਮਨੁੱਖ ਕੌਣ ਹੈ ਜਿਸ ਦਾ ਨਾਮ ਭਾਈ ਲਾਲੋ ਦੱਸਿਆ ਜਾਂਦਾ ਹੈ, ਇਹ ਕੌਣ ਹੈ? ਸਤਿਗੁਰੂ ਜੀ ਉਹ ਆਪ ਜੀ ਨੇ ਇਹਦੇ ਉੱਪਰ ਬੜੀ ਕਿਰਪਾ ਕੀਤੀ ਹੈ। ਇਹਨੂੰ ਨਿਹਾਲ ਕਰਨ ਵਾਸਤੇ ਇਹ ਗਰੀਬ ਸਿੱਖ ਦੇ ਘਰ ਦੇ ਵਿੱਚ ਚਰਨ ਪਾਏ ਨੇ। ਤੇ ਗੁਰੂ ਕੇ ਪਿਆਰਿਓ, ਬਾਣੀ ਦੇ ਵਿੱਚ ਬਚਨ ਨੇ ਕਿ ਮੇਰਾ ਮਾਲਕ, ਮੇਰੇ ਸਤਿਗੁਰੂ ਜੀ ਉਹ ਗਰੀਬ ਨਿਵਾਜ ਨੇ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੇ। ਐਸੇ ਗਰੀਬ ਨਿਵਾਜ ਚੋਜੀ ਪ੍ਰੀਤਮ ਸਤਿਗੁਰੂ ਜੀਓ ਇਹ ਸਿੱਖ ਨੂੰ ਨਿਹਾਲ ਕਰਨ ਵਾਸਤੇ ਆਏ ਉਹ ਆਪ। ਭਾਗ ਵੱਡੇ ਇਹ ਦਿਸਤ ਮੋਕਹ ਬੁੱਧ ਭਗਤ ਮਹਿ ਭੀਨੀ। ਸਤਿਗੁਰੂ ਜੀਓ ਇਹ ਸਿੱਖ ਦੀ ਜਿਹੜੀ ਬੁੱਧੀ ਹੈ ਨਾ, ਇਹਦੀ ਜਿਹੜੀ ਮੱਤ ਹੈ, ਇਹ ਭਗਤੀ ਦੇ ਵਿੱਚ ਭਿੱਜੀ ਹੋਈ ਹੈ। ਵੱਡੇ ਭਾਗ ਦਿਖਾਈ ਦਿੰਦੇ ਨੇ ਇਹ ਪਿਆਰੇ ਸਿੱਖ ਦੇ। ਸੁਣ ਕਰ ਬਚਨ ਉਚਾਰੇ ਸ੍ਰੀ ਮੁਖ ਚਿਨ੍ਹੋ ਸੰਤ ਸਰੂਪਾ। ਸਤਿਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਕਿ ਭਾਈ ਮਰਦਾਨਿਆ ਇਹਨੂੰ ਸੰਤ ਸਰੂਪ ਹੀ ਜਾਣਨਾ ਕਰ। ਭਗਤ ਕਰਤ ਬੀਤੇ ਕੁਛ ਜਨਮਾ ਅਬ ਵੀ ਸਫਲ ਅਨੂਪਾ। ਹਾਂਜੀ, ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸਿੱਖ ਨੂੰ, ਭਾਈ ਲਾਲੋ ਨੂੰ ਕਈ ਜਨਮ ਪੂਰੇ ਹੋ ਗਏ ਨੇ ਭਗਤੀ ਕਰਦਿਆਂ ਹੋਇਆ। ਉਹ ਜਿਹੜੀ ਭਗਤੀ ਹੈ ਨਾ ਅਨੂਪਾ, ਉਪਮਾ ਤੋਂ ਰਹਿਤ, ਉਹ ਭਗਤੀ ਇਹਦੀ ਪੂਰੀ ਹੋ ਗਈ। ਨੌ ਵਿਦ ਭਗਤ ਹੈ ਮਰਦਾਨਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ 9 ਤਰ੍ਹਾਂ ਦੀ ਭਗਤੀ ਹੈ, 9 ਪ੍ਰਕਾਰ ਦੀ ਭਗਤੀ ਮੰਨੀ ਗਈ ਹੈ। ਜਾਮ ਹੈ ਇੱਕੋ ਹੋਈ। ਜੇ ਇਹ 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਇੱਕ ਭਗਤੀ ਵੀ ਗੁਰੂ ਕਾ ਸਿੱਖ ਕਰ ਲਵੇ, ਭਵ ਸਾਗਰ ਤਰ ਗਤ ਕੋ ਪਾਵੈ। ਭਵ ਸਾਗਰ ਨੂੰ ਤਰ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਉਹਦਾ ਪਾਰ ਉਤਾਰਾ ਹੁੰਦਾ ਤੇ ਮੁਕਤੀ ਮਿਲਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, 84 ਲੱਖ ਜੂਨਾਂ ਦੀ ਜੇਲ੍ਹ ਦੇ ਵਿੱਚੋਂ ਛੁਟਕਾਰਾ ਹੋ ਜਾਂਦਾ। ਜਿਹੜਾ 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਇੱਕ ਵੀ ਭਗਤੀ ਕਰ ਲਵੇ ਗੁਰੂ ਕਾ ਪਿਆਰਾ ਸਿੱਖ। ਲੱਖ ਸੰਸਾ ਕੋਈ। ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਮਰਦਾਨਿਆ ਇਹਦੇ ਵਿੱਚ ਸੰਸੇ ਵਾਲੀ ਗੱਲ, ਭਰਮ ਵਾਲੀ ਗੱਲ ਕੋਈ ਨਹੀਂ ਹੈ। ਗੁਰੂ ਕਾ ਸਿੱਖ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਭਰਮ ਦੂਰ ਕਰ ਦੇਵੇ। ਖਾਲਸਾ ਖਾਸ ਕਹਾਵੈ ਸੋਈ
ਜਾ ਕੈ ਹਿਰਦੈ ਭਰਮ ਨਾ ਹੋਈ। ਇਸ ਕਰਕੇ ਭਰਮ ਨਹੀਂ ਜਾ ਕਰਨਾ ਚਾਹੀਦਾ। ਮਰਦਾਨਾ ਬੁਝਤ ਭਾਤ ਅਬਹੀ। ਤਦੋਂ ਭਾਈ ਮਰਦਾਨੇ ਨੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਭਾਈ ਮਰਦਾਨਾ ਜੀ ਪੁੱਛਣ ਲੱਗੇ ਨੇ ਫੇਰ ਸਭ ਵਿਦ ਭਗਤ ਕਹੀਜੈ। ਸਤਿਗੁਰੂ ਜੀਓ ਕਿਰਪਾ ਕਰਕੇ ਹਰੇਕ ਪ੍ਰਕਾਰ ਦੀ 9 ਪ੍ਰਕਾਰ ਦੀ ਜਿਹੜੀ ਭਗਤੀ ਹੈ ਨਾ ਉਹਦੇ ਬਾਰੇ ਦੱਸਣਾ ਕਰੋ ਜੀ। ਜਿਹ ਕੇ ਕਰਤ ਪਰਮ ਗਤ ਪਾਵੈ। ਜਿਹੜੀ ਭਗਤੀ ਨੂੰ ਕਰਕੇ ਗੁਰੂ ਕਾ ਸਿੱਖ ਪਰਮ ਗਤੀ ਕੈਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਭਵਜਲ ਭਲੇ ਤਰੀਜੈ। ਭਲੇ ਪ੍ਰਕਾਰ ਚੰਗੇ ਤਰੀਕੇ ਦੇ ਨਾਲ ਭਵਜਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਸ੍ਰੀ ਮੁਖ ਭਨਤ ਭਏ ਤਿਹ ਕਾਲਾ। ਸਤਿਗੁਰੂ ਜੀ ਨੇ ਸੁਭਾਈਮਾਨ ਮੁਖਾਰ ਬਿਨ ਤੋਂ ਵਚਨ ਕੀਤੇ ਨੇ। ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਤੇ ਸਤਿਗੁਰੂ ਜੀ ਵਚਨ ਕਹਿਣ ਲੱਗੇ ਨੇ। ਸੁਣੀਏ ਭਗਤ ਪ੍ਰਕਾਰ। ਗੁਰੂ ਕੇ ਸਿੱਖਾ ਭਾਈ ਮਰਦਾਨਿਆ 9 ਪ੍ਰਕਾਰ ਦੀ ਭਗਤੀ ਦੇ ਬਾਰੇ ਸੁਣਨਾ ਕਰ। ਪ੍ਰਿਥਕ ਪ੍ਰਿਥਕ ਹਉ ਭਾਖੋ ਸਭ ਹੀ। ਵੱਖਰੇ ਵੱਖਰੇ ਕਰਕੇ ਤੈਨੂੰ 9 ਪ੍ਰਕਾਰ ਦੀ ਭਗਤੀ ਦੱਸਾਂਗੇ ਹੁਣ। ਜੇ ਹੈ ਭਗਤ ਆਚਾਰਾ। ਜਿਹੜੀ ਭਗਤੀ ਦੇ ਜਿਹੜੇ ਕਰਤੱਵ ਨੇ ਨਾ 9 ਪ੍ਰਕਾਰ ਦੀ ਭਗਤੀ ਦੇ ਵਿੱਚ ਜਿਹੜੇ ਕਰਤੱਵ ਨੇ ਉਹ ਤੈਨੂੰ ਦੱਸਾਂਗੇ। ਸਤ ਸੰਗਤ ਹਸਰੂਖਾ ਕਰਨੀ। ਹਾਂਜੀ ਸਤਿਗੁਰੂ ਜੀ ਹੁਣ ਦੱਸਣ ਲੱਗੇ ਨੇ ਗੁਰੂ ਕੇ ਪਿਆਰਿਓ ਭਾਈ ਮਰਦਾਨਾ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜਿਹੜਾ ਐਸਾ ਸਵਾਲ ਭਾਈ ਮਰਦਾਨਾ ਜੀ ਨੇ ਪੁੱਛਿਆ, ਐਸਾ ਜੋ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਭਾਈ ਮਰਦਾਨੇ ਨੇ ਤੇ ਤਾਂ ਸਾਨੂੰ ਸੁਣਨ ਵਾਸਤੇ ਪ੍ਰਾਪਤ ਹੋਇਆ ਹੈ। ਭਾਈ ਮਰਦਾਨਾ ਜੀ ਵੱਡੇ ਭਾਗਾਂ ਵਾਲੇ ਨੇ। ਜਿਹੜੇ ਭਗਤੀ ਦੇ ਰਾਹ ਦੇ ਉੱਪਰ ਚੱਲਣ ਵਾਲੇ ਨੇ ਨਾ ਉਹ ਭਗਤੀ ਦੇ ਸੰਬੰਧ ਦੇ ਵਿੱਚ ਹੀ ਵਚਨ ਕਰਦੇ ਨੇ। ਭਾਈ ਮਰਦਾਨਾ ਜੀ ਨੇ ਸਾਧੂਆਂ ਦੀ ਸੰਗਤ ਕੀਤੀ ਹੈ ਤੇ ਸਭ ਤੋਂ ਵੱਡੇ ਸਾਧੂ ਸਤਿਗੁਰੂ ਜੀ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਸਤਿਗੁਰੂ ਜੀ ਦੀ ਸੰਗਤ ਕਰਕੇ, ਸੰਤ ਜਨਾਂ ਦੀ ਸੰਗਤ ਕਰਕੇ ਭਾਈ ਮਰਦਾਨਾ ਜੀ ਦੇ ਹਿਰਦੇ ਦੇ ਵਿੱਚ ਇਹ ਸੋਝੀ ਹੈ। ਇਸ ਕਰਕੇ ਭਾਈ ਮਰਦਾਨਾ ਜੀ 9 ਪ੍ਰਕਾਰ ਦੀ ਭਗਤੀ ਦੇ ਸੰਬੰਧ ਦੇ ਵਿੱਚ ਪੁੱਛਣ ਲੱਗੇ ਨੇ। ਸਤਿਗੁਰੂ ਜੀ ਹੁਣ ਦੱਸ ਰਹੇ ਨੇ, ਕਹਿਣ ਲੱਗੇ ਕਿ ਸਤ ਸੰਗਤ ਸਰੂਖਾ ਕਰਨੀ। ਗੁਰੂ ਕਾ ਸਿੱਖ ਸਵੇਰੇ ਉੱਠ ਕੇ ਸਤ ਸੰਗਤ ਕਰੇ, ਗੁਰੂ ਕੀ ਸੰਗਤ ਕਰੇ, ਸਤ ਸੰਗਤ ਦੇ ਵਿੱਚ ਮਿਲ ਕੇ ਸੇਵਾ ਕਰਨੀ। ਮਿਲਤ ਹੈ ਕਾਲ ਬਿਤਾਵੈ। ਜਿਹੜਾ ਆਪਣਾ ਸਮਾਂ ਹੈ ਨਾ ਉਹ ਗੁਰੂ ਕਾ ਸਿੱਖ ਸਤ ਸੰਗਤ ਦੇ ਵਿੱਚ ਬਤੀਤ ਕਰੇ। ਸਮੇਂ ਦੇ ਅਨੁਸਾਰ ਸਤ ਸੰਗਤ ਦੇ ਵਿੱਚ ਪਹੁੰਚ ਜਾਣਾ ਕਰੇ। ਨਿਤਾ ਪ੍ਰਤੀ ਨੇਮ ਦੇ ਸਹਿਤ ਗੁਰੂ ਕਾ ਸਿੱਖ ਸੰਗਤ ਕਰੇ। ਹਰ ਗੁਰ ਕੋ ਇਤਿਹਾਸ ਸੁਣੀਜੈ। ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਦੇ ਸੰਬੰਧ ਦੇ ਵਿੱਚ ਅਤੇ ਗੁਰੂ ਕਾ ਇਤਿਹਾਸ ਸਰਵਣ ਕਰੇ। ਗੁਰੂ ਕਾ ਇਤਿਹਾਸ, ਗੁਰੂ ਕੇ ਸਿੱਖਾਂ ਦਾ ਇਤਿਹਾਸ, ਜਿਹੜੇ ਭਗਤੀ ਦੇ ਮਾਰਗ ਦੇ ਉੱਪਰ ਚੱਲਣ ਵਾਲੇ ਨੇ ਨਾ, ਜਦੋਂ ਉਹਨਾਂ ਦਾ ਜੀਵਨ ਸਰਵਣ ਕਰਾਂਗੇ, ਗੁਰੂ ਕੀ ਬਾਣੀ ਸਰਵਣ ਕਰਾਂਗੇ, ਗੁਰਬਾਣੀ ਦੀ ਵਿਚਾਰ ਸਰਵਣ ਕਰਾਂਗੇ, ਗੁਰੂ ਕੇ ਇਤਿਹਾਸ ਦੀ ਵਿਚਾਰ ਸਰਵਣ ਕਰਾਂਗੇ। ਇਤਿਹਾਸ ਸਰਵਣ ਕਰਦਿਆਂ ਜਦੋਂ ਭਗਤੀ ਕਰਨ ਵਾਲਿਆਂ ਦਾ ਇਤਿਹਾਸ ਸੁਣਾਂਗੇ ਨਾ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਗੁਰੂ ਕੀ ਸੇਵਾ ਕੀਤੀ, ਪ੍ਰੇਮ ਦੇ ਸਹਿਤ ਭਗਤੀ ਕੀਤੀ, ਜਦੋਂ ਉਹਨਾਂ ਦਾ ਇਤਿਹਾਸ ਸਰਵਣ ਕਰਾਂਗੇ ਤੇ ਸਾਡੇ ਹਿਰਦੇ ਦੇ ਵਿੱਚ ਵੀ ਚਾਅ ਉਤਪੰਨ ਹੋਵੇਗਾ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਹੇ ਪ੍ਰਮਾਤਮਾ ਵਾਹਿਗੁਰੂ ਜੀਓ, ਸਾਹਿਬ ਮਾਲਕ ਚੇਤੇ ਆਉਂਦਾ ਹੈ ਜਦੋਂ ਆਪ ਜੀ ਦੇ ਭਗਤ ਜਨਾਂ ਦੀ ਸੰਗਤ ਕਰੀਏ ਤੇ ਉਹਨਾਂ ਦੇ ਦਰਸ਼ਨ ਕਰੀਏ, ਉਹਨਾਂ ਦੇ ਕਰਤੱਵ ਸਰਵਣ ਕਰੀਏ ਤੇ ਫਿਰ ਗੁਰੂ ਕਾ ਇਤਿਹਾਸ ਸਰਵਣ ਕਰਨਾ ਚਾਹੀਦਾ। ਜੋ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਗੁਰੂ ਕਾ ਇਤਿਹਾਸ ਸਰਵਣ ਕਰੇ, ਗੁਰਬਾਣੀ ਦੀ ਕਥਾ ਵਿਚਾਰ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰੇ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਜਿਹੜੀ ਭਗਤੀ ਹੈ ਨਾ, ਭਗਤੀ ਕਰਨ ਦੇ ਨਾਲ, ਪੁਨ੍ਹਾ ਅਭਿਆਸ ਕਰਨ ਦੇ ਨਾਲ, ਰੋਜ਼ਾਨਾ ਨੇਮ ਦੇ ਨਾਲ ਜਦੋਂ ਗੁਰੂ ਕੀ ਭਗਤੀ ਕਰਾਂਗੇ ਨਾ, ਸੰਗਤ ਦੇ ਵਿੱਚ ਆਵਾਂਗੇ, ਫਿਰ ਹਿਰਦੇ ਦੇ ਵਿੱਚ ਪ੍ਰੇਮ ਉਤਪੰਨ ਹੋਵੇਗਾ ਤੇ ਫਿਰ ਸਤਿਗੁਰੂ ਜੀ ਯਾਦ ਕਰਾਉਣਗੇ ਕਿ ਗੁਰੂ ਕੇ ਸਿੱਖਾਂ ਮਾਤਾ ਦੇ ਗਰਭ ਦੇ ਵਿੱਚ ਜਦੋਂ ਪੁੱਠਾ ਲਟਕਦਾ ਸੀ ਨਾ, ਉਸ ਸਮੇਂ ਤੂੰ ਇਕਰਾਰ ਕੀਤਾ ਹੈ ਕਿ ਪ੍ਰਮਾਤਮਾ ਵਾਹਿਗੁਰੂ ਐਸੇ ਕੋਝੇ ਅਸਥਾਨ ਤੋਂ ਮੈਨੂੰ ਕੱਢੋ, ਮੈਂ ਜਗਤ ਦੇ ਉੱਪਰ ਆ ਕੇ ਆਪ ਜੀ ਦੀ ਭਗਤੀ ਕਰਾਂਗਾ। ਪਰ ਹਾਲਤ ਕੀ ਹੋਈ, ਵਿੱਚੋਂ ਗਰਭੈ ਨਿਕਲ ਆਇਆ
ਖਸਮ ਵਿਸਾਰ ਦੁਨੀ ਚਿਤ ਲਾਇਆ, ਪਰਮਾਤਮਾ ਨੂੰ ਭੁਲਾ ਦਿੱਤਾ। ਦੁਨੀਆ ਦੀ ਹਵਾ ਲੱਗੀ ਤੇ ਪਰਮਾਤਮਾ ਨੂੰ ਹਿਰਦੇ ਦੇ ਵਿੱਚੋਂ ਵਿਸਾਰ ਦਿੱਤਾ। ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉ ਬਿਸਰੈ ਜੇ ਕੀਆ ਜਾਣੈ, ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਜਿਸ ਪਰਮਾਤਮਾ ਨੇ ਜੀਵਨ ਦਿੱਤਾ, ਜੀਵਨ ਜਿਉਣ ਦਾ ਢੰਗ ਦਿੱਤਾ ਹੈ, ਅੰਗ ਪ੍ਰਤੰਗ ਬੜੇ ਸੋਹਣੇ ਦਿੱਤੇ ਨੇ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅਨ ਭੋਗਾਣੀ, ਜਿਨ ਜੀਏ ਸੋ ਚੇਤਨਾ ਵੀ ਪਸ਼ੂ ਹਉ ਕਰ ਜਾਣੀ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ। ਪਹਿਲੇ ਪ੍ਰਕਾਰ ਦੀ ਜਿਹੜੀ ਭਗਤੀ ਹੈ, ਸਤਿਗੁਰੂ ਜੀ ਕਹਿਣ ਲੱਗੇ ਕਿ ਸਤ ਸੰਗਤ ਕਰਨੀ ਅਤੇ ਸੰਗਤ ਦੇ ਵਿੱਚ ਮਿਲ ਕੇ ਸੇਵਾ ਕਰਨੀ, ਸੰਗਤ ਦੇ ਵਿੱਚ ਸਮਾਂ ਗੁਜ਼ਾਰਨਾ। ਹਰ ਗੁਰ ਕੋ ਇਤਿਹਾਸ ਸੁਨੀਜੈ, ਗੁਰੂ ਕਾ ਇਤਿਹਾਸ ਅਤੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਬੰਦਗੀ ਕਰਨੀ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤੇ ਨੇ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁਖ ਗੁਰੂ ਕੀ ਸੇਵਾ ਦੇ ਵਿੱਚ, ਪਰਮਾਤਮਾ ਦੀ ਭਗਤੀ ਦੇ ਵਿੱਚ, ਗੁਰੂ ਕੀ ਸੇਵਾ ਦੇ ਵਿੱਚ ਜਿਹੜਾ ਸੁਖ ਹੈ ਨਾ, ਗੁਰੂ ਕੇ ਸਿੱਖਾ ਰਾਜ ਭਾਗ ਦੇ ਉੱਪਰ ਵੀ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਗੁਰੂ ਕਾ ਇਤਿਹਾਸ ਸਰਵਣ ਕਰਨਾ ਚਾਹੀਦਾ ਹੈ। ਗੁਰੂ ਕੀ ਸੰਗਤ ਦੇ ਵਿੱਚ ਇਕਾਗਰ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ, ਮਨ ਇਕਾਗਰ ਲਾਵੈ, ਮਨ ਨੂੰ ਇਕਾਗਰ ਕਰਕੇ ਤੇ ਭਗਤੀ ਦੇ ਵਿੱਚ, ਸੇਵਾ ਸਿਮਰਨ ਦੇ ਵਿੱਚ, ਕਥਾ ਕੀਰਤਨ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜ ਲੈਣਾ ਕਰੇ। ਪਦ ਅਰਬਿੰਦ ਮਿਲਿੰਦ ਕਰੈ ਮਨ। ਹਾਂਜੀ, ਗੁਰੂ ਕੇ ਚਰਨ ਕਮਲ ਨੇ ਨਾ ਜਿਹੜੇ, ਆਪਣੇ ਮਨ ਨੂੰ ਗੁਰੂ ਕੇ ਚਰਨਾਂ ਕਮਲਾਂ ਦਾ ਭੌਰਾ ਬਣਾ ਲੈਣਾ ਕਰੇ। ਇੰਨੇ ਪਿਆਰ ਦੇ ਸਹਿਤ ਗੁਰੂ ਕਾ ਸਿੱਖ ਗੁਰੂ ਕੀ ਭਗਤੀ ਕਰੇ, ਸੇਵਾ ਸਿਮਰਨ ਬੰਦਗੀ ਕਰੇ, ਤੋ ਗੁਰੂ ਕੇ ਚਰਨਾਂ ਦੇ ਨਾਲ ਲਪਟ ਜਾਣਾ ਕਰ। ਗੁਰੂ ਕੇ ਸਿੱਖਾ ਗੁਰ ਮੂਰਤ ਉਰ ਧਿਆਨਾ, ਗੁਰੂ ਕੀ ਮੂਰਤ ਦਾ ਧਿਆਨ ਧਾਰਨ ਕਰੇ। ਗੁਰੂ ਕੀ ਮੂਰਤ ਕਿਹੜੀ ਹੈ? ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਕੀ ਮੂਰਤ ਗੁਰੂ ਕਾ ਸ਼ਬਦ ਹੈ। ਗੁਰੂ ਕੇ ਸ਼ਬਦ ਨੂੰ ਹਿਰਦੈ ਚਰਨ, ਕਿਹੜੇ ਚਰਨ ਵਸਾਉਣੇ ਹਿਰਦੇ ਦੇ ਵਿੱਚ? ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਧਿਓ ਪਾਲ। ਚਿੱਤ ਚਰਨ ਨਾਮ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਆਪਣੀ ਚਿੱਤ ਬਿਰਤੀ ਨੂੰ ਨਾਮ ਦੇ ਨਾਲ ਜੋੜਨਾ ਕਰ। ਐਸੇ ਬਚਨ ਕੀਤੇ ਸਤਿਗੁਰੂ ਜੀ ਨੇ ਕਿ ਆਪਣੇ ਮਨ ਨੂੰ ਗੁਰੂ ਕੇ ਚਰਨਾਂ ਕਮਲਾਂ ਦਾ ਭੌਰਾ ਬਣਾ ਲੈਣਾ ਕਰ। ਜਿਵੇਂ ਭੌਰਾ ਫੁੱਲ ਦੀ ਸੁਗੰਧੀ ਚੂਸਦਿਆਂ ਚੂਸਦਿਆਂ, ਫੁੱਲ ਦੀ ਸੁਗੰਧੀ ਲੈਂਦਿਆਂ ਲੈਂਦਿਆਂ ਭੌਰਾ ਇੰਨਾ ਮਸਤ ਹੋ ਜਾਂਦਾ ਕਿ ਉਹਨੂੰ ਇਹ ਯਾਦ ਨਹੀਂ ਰਹਿੰਦਾ ਕਿ ਹੁਣ ਸ਼ਾਮ ਦਾ ਸਮਾਂ ਹੋ ਗਿਆ, ਫੁੱਲ ਦੀਆਂ ਪੰਖੜੀਆਂ ਬੰਦ ਹੋ ਰਹੀਆਂ ਨੇ। ਨਹੀਂ, ਇਹ ਨਹੀਂ ਉਹਨੂੰ ਪਤਾ ਰਹਿੰਦਾ। ਸੁਗੰਧੀ ਲੈਣ ਦੇ ਵਿੱਚ ਇੰਨਾ ਮਸਤ ਹੋ ਜਾਂਦਾ, ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ, ਉਹਨਾਂ ਦੇ ਵਿੱਚ ਹੀ ਮਿਲ ਜਾਂਦਾ ਹੈ, ਉਹਨਾਂ ਦੇ ਵਿੱਚ ਹੀ ਜਕੜਿਆ ਜਾਂਦਾ। ਸਵੇਰੇ ਜੋ ਮਾਲੀ ਆਉਂਦਾ ਹੈ ਉਹ ਫੁੱਲ ਨੂੰ ਤੋੜ ਕੇ ਲੈ ਜਾਂਦਾ ਤੇ ਫੁੱਲ ਦੇ ਵਿੱਚ ਹੀ ਭੌਰੇ ਦਾ ਜੂਸ ਕੱਢ ਲਿਆ ਜਾਂਦਾ ਹੈ, ਭੌਰੇ ਦੀ ਰਤ ਕੱਢ ਲਈ ਜਾਂਦੀ ਹੈ। ਕਹਿਣ ਤੋਂ ਭਾਵ ਕਿ ਇੰਨਾ ਮਸਤ ਹੁੰਦਾ ਹੈ। ਗੁਰੂ ਕੇ ਸਿੱਖਾ ਤੂੰ ਵੀ ਗੁਰੂ ਕੇ ਚਰਨਾਂ ਕਮਲਾਂ ਦੇ ਉੱਪਰ ਮਸਤ ਹੋ ਕੇ ਤੇ ਪ੍ਰਮਾਤਮਾ ਦੀ ਭਗਤੀ ਕਰ, ਬੰਦਗੀ ਕਰ, ਗੁਰੂ ਕੀ ਮੂਰਤ ਦਾ ਧਿਆਨ ਧਾਰਨ ਕਰ। ਪ੍ਰੇਮ ਸਹਿਤ ਗੁਣ ਗਾਵਹਿ ਮੁਖ ਸੋ, ਹਾਂਜੀ, ਆਪਣੇ ਮੁਖ ਦੇ ਨਾਲ ਪ੍ਰੇਮ ਦੇ ਵਿੱਚ ਭਿੱਜ ਕੇ ਗੁਣ ਗਾਉਣਾ ਕਰੇ। ਨੌਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਗੁਰੂ ਕੇ ਸਿੱਖਾ ਤੂੰ ਗੁਰੂ ਕੇ ਸੰਗਤ ਦੇ ਵਿੱਚ ਆ ਕੇ ਗੁਰੂ ਕੇ ਗੁਣ ਗਾ। ਜਿਵੇਂ ਸਤਿਗੁਰੂ ਜੀ ਨੇ, ਨੌਵੇਂ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਰੇ ਮਨ RAM ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਮੇਰਿਆ ਮਨਾ ਰਮੇ ਹੋਏ RAM ਦੇ ਨਾਲ ਪ੍ਰੀਤੀ ਕਰ, ਸ਼ਰਵਣ ਗੋਬਿੰਦ ਗੁਣ ਸੁਣੋ, ਕੰਨਾਂ ਦੇ ਨਾਲ ਪਰਮਾਤਮਾ ਦੇ ਗੁਣ ਸਰਵਣ ਕਰ, ਗੁਰੂ ਕੀ ਵਡਿਆਈ ਸਰਵਣ ਕਰ ਅਤੇ ਗਾਓ ਰਸਨਾ ਗੀਤ। ਆਪਣੀ ਜ਼ੁਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ, ਮੂਲ ਮੰਤਰ ਦਾ ਜਾਪ ਕਰ। ਤੋ ਸਤਿਗੁਰੂ ਜੀ ਨੇ ਜਿਹੜਾ ਗੁਰ ਮੰਤਰ ਦਿੱਤਾ ਹੈ ਨਾ ਤੇ ਉਹਨੂੰ ਜਪਣਾ ਕਰ, ਨਾਲ ਨਾਲ ਗੁਰੂ ਕਾ ਇਤਿਹਾਸ ਗੁਰਬਾਣੀ ਦੀ ਵਿਚਾਰ ਸਰਵਣ ਕਰ। ਤੋ ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਪ੍ਰੇਮ ਸਹਿਤ ਗੁਣ ਗਾਵਹਿ।
ਪ੍ਰੇਮ ਦੇ ਸਹਿਤ ਆਪਣੇ ਮੁਖ ਦੇ ਨਾਲ ਪ੍ਰਮਾਤਮਾ ਦੇ ਗੁਣ ਉਚਾਰਨ ਕਰਨਾ ਕਰੇ, ਨਾਮ ਜਪੇ ਅਤੇ ਕੰਨਾਂ ਰੂਪ ਡੋਨਿਆਂ ਦੇ ਨਾਲ ਕਥਾ ਦਾ ਰਸ ਪੀਵੇ ਗੁਰੂ ਕਾ ਸਿੱਖ। ਕੁਲ ਕਾਬਲ ਤਨ ਅੰਨ। ਸਤਿਗੁਰੂ ਜੀ ਨੇ ਹੁਣ ਇਹ ਵੀ ਬਚਨ ਕਹੇ ਨੇ ਕਿ ਜਦੋਂ ਕਥਾ ਕੀਰਤਨ ਸੁਣਦਿਆਂ ਹੋਇਆਂ ਪ੍ਰੇਮ ਵਾਲਾ ਮਾਹੌਲ ਬਣ ਜਾਵੇ, ਕੋਈ ਪ੍ਰੇਮ ਵਾਲਾ ਪਿਆਰਾ ਜਿਹਾ ਪ੍ਰਸੰਗ ਆਵੇ ਤੇ ਉਸ ਸਮੇਂ ਗੁਰੂ ਕੇ ਸਿੱਖਾ ਤੇਰੇ ਜਿਹੜੀ ਰੁਮਾਵਲੀ ਹੈ, ਉਹ ਤੇਰੇ ਕੇਸ ਨੇ ਜਿਹੜੇ ਉਹ ਖੜੇ ਹੋ ਜਾਣ। ਕਹਿਣ ਤੋਂ ਭਾਵ ਕਿ ਜਿਵੇਂ ਕਹਿ ਦਿੰਦੇ ਨੇ ਕਿ ਲੂਈ ਕੰਡੇ ਖੜੇ ਹੋ ਜਾਣ, ਕਹਿਣ ਤੋਂ ਭਾਵ ਕਿ ਇੰਨਾ ਪ੍ਰੇਮ ਦੇ ਵਿੱਚ ਭਿੱਜ ਕੇ ਪਰਮਾਤਮਾ ਦੇ ਗੁਣ ਸੁਣੇ, ਪਰਮਾਤਮਾ ਦੇ ਗੁਣ ਗਾਵੇਂ ਕਿ ਤੇਰੀ ਬਾਣੀ ਅਸਤ ਵਿਅਸਤ ਹੋ ਜਾਵੇ। ਪ੍ਰੇਮ ਦੇ ਵਿੱਚ ਭਿੱਜ ਕੇ ਤੈਨੂੰ ਅਸਥਾਨ ਹੀ ਨਾ ਯਾਦ ਰਹੇ ਕਿ ਮੈਂ ਕਿੱਥੇ ਬੈਠਾ ਹਾਂ, ਮੈਂ ਧਰਤੀ ਦੇ ਉੱਪਰ ਹਾਂ ਕਿ ਜਾਂ ਮੈਂ ਗੁਰੂ ਕੇ ਚਰਨਾਂ ਦੇ ਵਿੱਚ ਲਿਵ ਲੀਨ ਹੋ ਗਿਆ ਹਾਂ। ਇਵੇਂ ਤੇਰੇ ਹਿਰਦੇ ਦੇ ਵਿੱਚ ਐਸਾ ਪ੍ਰੇਮ ਪੈਦਾ ਹੋਵੇ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਚਨ ਕਹੇ ਹਨ। ਦਮ ਸਮ ਭਾਵ ਬਿਰਖਤ ਕਰਮਨ ਤੇ। ਸਤਿਗੁਰੂ ਜੀ ਨੇ ਅੱਗੇ ਬਚਨ ਉਚਾਰਨ ਕੀਤੇ ਕਿ ਜਿਹੜੇ ਇੰਦਰੇ ਨੇ, ਇੰਦਰੀਆਂ ਨੂੰ ਰੋਕਣਾ, ਮਨ ਨੂੰ ਰੋਕਣਾ, ਮਨ ਦੀਆਂ ਚਿੱਤ ਬਿਰਤੀਆਂ ਨੇ ਜਿਹੜੀਆਂ ਉਹਨਾਂ ਨੂੰ ਰੋਕ ਕੇ ਰੱਖਣਾ। ਕਹਿਣ ਤੋਂ ਭਾਵ ਕਿ ਜਦੋਂ ਭਗਤੀ ਦੇ ਰਾਹ ਦੇ ਉੱਪਰ ਚੱਲੀਏ ਨਾ ਤੇ ਉਸ ਸਮੇਂ ਮਨ ਇੱਧਰ ਉੱਧਰ ਨੂੰ ਭੱਜਦਾ ਰਹਿੰਦਾ, ਮਨ ਟਿਕਾਓ ਦੇ ਵਿੱਚ ਨਹੀਂ ਆਉਂਦਾ। ਮਨ ਦੇ ਵੱਲ ਤੇਰਾ ਧਿਆਨ ਹੋਣਾ ਚਾਹੀਦਾ ਹੈ ਕਿ ਹੁਣ ਮੈਂ ਗੁਰੂ ਕਾ ਇਤਿਹਾਸ ਸੁਣਦਾ, ਗੁਰੂ ਕੀ ਬਾਣੀ ਦੀ ਵਿਚਾਰ ਸੁਣਦਾ ਹਾਂ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਦਾ। ਮੇਰਾ ਮਨ ਗੁਰੂ ਕੇ ਸ਼ਬਦ ਦੇ ਵਿੱਚ ਹੈ ਕਿ ਇੱਧਰ ਉੱਧਰ ਨੂੰ ਭੱਜਦਾ ਹੈ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਨਾਨਕ ਮੂਰਖ ਕਬਹਿ ਨਾ ਚੇਤੈ, ਕਿਉ ਸੂਝੈ ਰੈਣ ਅੰਧੇਰੀਆ। ਜਿਹੜਾ ਮੂਰਖ ਇਨਸਾਨ ਹੈ ਨਾ, ਮੂਰਖ ਜੀਵ ਹੈ, ਇਹ ਕਦੇ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ। ਕਿਵੇਂ ਇਹਨੂੰ ਪਤਾ ਲੱਗੇਗਾ ਕਿ ਮੇਰੇ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਮੇਰਾ ਮਨ ਇਕਾਗਰ ਨਹੀਂ ਹੈ, ਦਿਨ ਰਾਤ ਭੱਜਿਆ ਫਿਰਦਾ ਹੈ ਮੇਰਾ ਮਨ। ਇਸ ਪ੍ਰਕਾਰ ਗੁਰਬਾਣੀ ਸਰਵਣ ਕਰਦਿਆਂ, ਕਥਾ ਕੀਰਤਨ ਸਰਵਣ ਕਰਦਿਆਂ ਪ੍ਰੇਮ ਦੇ ਵਿੱਚ ਭਿੱਜ ਜਾਣਾ ਅਤੇ ਮਨ ਨੂੰ ਇਕਾਗਰ ਕਰਕੇ ਰੱਖਣਾ। ਕਦੇ ਵਾਸਤੇ ਵੀ ਮਨ ਨੂੰ ਇੱਧਰ ਉੱਧਰ ਨਹੀਂ ਭੱਜਣ ਦੇਣਾ। ਜਦੋਂ ਮਨ ਰੂਪ ਬਾਂਦਰ ਇੱਧਰ ਉੱਧਰ ਨੂੰ ਭੱਜੇ ਤੇ ਉਹਨੂੰ ਘੇਰ ਘੇਰ ਕੇ ਲਿਆਵੇ। ਭਗਤ ਕਬੀਰ ਜੀ ਕਹਿੰਦੇ ਨੇ ਕਿ ਕੁੱਟ ਕੁੱਟ ਮਨ ਕਸਵੱਟੀ ਲਾਵੈ, ਸੋ ਕੂਟਣ ਮੁਕਤ ਬਹੁ ਪਾਵੈ। ਮਨ ਨੂੰ ਕੁੱਟ ਕੁੱਟ ਕੇ ਤੇ ਗੁਰੂ ਕੀ ਚਰਨ ਸ਼ਰਨ ਦੇ ਵਿੱਚ ਲਿਆਉਣਾ ਕਰੇ, ਮਨ ਨੂੰ ਜੋੜੇ ਇੱਧਰ। ਸੁਰਗਾਦਿਕ ਤਜ ਚਾਹਾ। ਸੁਰਗ ਆਦਿਕ ਜਿਹੜੇ ਨੇ ਉਹਨਾਂ ਦੀ ਇੱਛਾ ਛੱਡ ਦੇਣਾ ਕਰੇ। ਇਹ ਨਾ ਇੱਛਾ ਹੋਵੇ ਕਿ ਮੈਂ ਭਗਤੀ ਕਰਕੇ, ਸੇਵਾ ਸਿਮਰਨ ਕਰਕੇ ਸੁਰਗਾਂ ਦੇ ਵਿੱਚ ਜਾਵਾਂ। ਨਹੀਂ, ਗੁਰੂ ਕੇ ਸਿੱਖ ਨੂੰ ਕੋਈ ਇੱਛਾ ਨਹੀਂ ਰਹਿ ਜਾਂਦੀ। ਗੁਰੂ ਕੇ ਸਿੱਖ ਦੀ ਇਹੋ ਹੀ ਇੱਛਾ ਹੈ ਕਿ ਸਤਿਗੁਰੂ ਜੀ ਉਹ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਸਤਿਗੁਰੂ ਜੀ ਉਹ ਆਪ ਜੀ ਦੇ ਚਰਨਾਂ ਕਮਲਾਂ ਦੀ ਜਿਹੜੀ ਮੌਜ ਹੈ ਨਾ, ਇਹ ਬੜੀ ਵੱਡੀ ਹੈ। ਆਪਣੇ ਚਰਨਾਂ ਦੇ ਨਾਲ ਹੀ ਜੋੜ ਲੈਣਾ ਕਰੋ ਜੀ। ਪਰ ਕੇ ਦੋਖ ਨਾ ਚੀਨਤ ਮਨ ਮੈਂ। ਹਾਂਜੀ, ਪਰਾਏ ਦੇ ਦੂਜਿਆਂ ਦੇ ਜਿਹੜੇ ਦੋਸ਼ ਨੇ ਨਾ, ਉਹ ਨਾ ਮਨ ਦੇ ਵਿੱਚ ਜਾਣਨਾ ਕਰੇ, ਭਾਵ ਕਿ ਉਹਨਾਂ ਨੂੰ ਨਾ ਮਨ ਦੇ ਵਿੱਚ ਲਿਆਵੇ। ਉਹਨਾਂ ਦੇ ਦੋਸ਼ਾਂ ਨੂੰ ਆਪਣੇ ਮਨ ਦੇ ਵਿੱਚ ਕਦੇ ਨਾ ਚਿਤਾਰਨਾ ਕਰੇ। ਹਾਨ ਲਾਭ ਸਮਤਾਹਾ। ਹਾਂਜੀ, ਹਾਨੀ ਤੇ ਲਾਭ ਇਹ ਬਰਾਬਰ ਹੀ ਹੋਣੇ ਚਾਹੀਦੇ, ਭਾਵ ਕਿ ਨਫਾ ਨੁਕਸਾਨ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈ। ਛਲ ਵਿਹੀਨ ਸਭ ਹੀ ਤੇ ਹੋਵਨ। ਸਾਰਿਆਂ ਤੋਂ ਛਲ ਤੋਂ ਰਹਿਤ ਹੋ ਜਾਣਾ ਕਰੇ। ਕਹਿਣ ਤੋਂ ਭਾਵ ਕਿ ਕਿਸੇ ਦੇ ਨਾਲ ਵੀ ਛਲ ਨਾ ਕਰੇ। ਹਰਖ ਸ਼ੋਕ ਨ ਆਵੈ। ਖੁਸ਼ੀ ਗਮੀ ਦੇ ਵਿੱਚ ਇੱਕੋ ਸਮਾਨ ਹੀ ਬਿਰਤੀ ਰਹੇ ਗੁਰੂ ਕੇ ਸਿੱਖ ਦੀ। ਦ੍ਰਿੜ ਨਿਸ਼ਚਾ ਕਰਤਾਰ ਵਿਖੈ ਅਤ। ਕਰਤਾਰ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਨਿਸ਼ਚਾ ਹੈ ਜਿਹੜਾ ਉਹ ਪੱਕਾ ਵਿਸ਼ਵਾਸ ਰਵੇ। ਡੋਲ ਨਾ ਕਬਹੂ ਜਾਵੈ। ਕਦੇ ਵੀ ਗੁਰੂ ਕੇ ਸਿੱਖ ਦਾ ਹਿਰਦਾ ਡੋਲੇ ਨਾ। ਅਨੇਕਾਂ ਤਰ੍ਹਾਂ ਦਾ ਜੋ ਦੁੱਖ ਸੁੱਖ ਆਉਂਦਾ ਹੈ,
ਦੁੱਖ ਦਾਰਿਦਰ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਨੇ ਜੀਵਨ ਦੇ ਵਿੱਚ। ਗੁਰੂ ਕਾ ਸਿੱਖ ਕਦੇ ਵੀ ਨਾ ਡੋਲੇ ਸਿੱਖੀ ਕਮਾਉਂਦਿਆਂ ਹੋਇਆਂ। ਹਰ ਸਰੂਪ ਸਭੂ ਕੋ ਜਾਣੈ, ਸਾਰਿਆਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਨੂੰ ਹੀ ਦੇਖਣਾ। ਕਰੇ ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਇੱਕ ਪਰਮਾਤਮਾ ਵਾਹਿਗੁਰੂ ਹੀ ਸਾਰੇ ਜੀਵਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਪ੍ਰਕਾਰ ਦੀ ਬਿਰਤੀ ਬਣ ਜਾਵੇ ਗੁਰੂ ਕੇ ਪਿਆਰੇ ਸਿੱਖ ਦੀ। ਰਵਿਓ ਸਭ ਕੇ ਮਾਹੀ, ਇਹ ਵਿਚਾਰ ਕਰੇ ਕਿ ਸਾਰੇ ਜੀਵਾਂ ਦੇ ਵਿੱਚ ਰੱਬ ਰਿਹਾ ਹੈ, ਪਰਿਪੂਰਨ ਹੋ ਰਿਹਾ। ਜਰਰੇ ਜਰਰੇ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਇਹ ਵਿਧ ਹੈ ਸੂਛਮ ਕਰ ਵਰਨੀ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ, ਇਹ 9 ਪ੍ਰਕਾਰ ਦੀ ਭਗਤੀ ਹੈ, ਸੂਖਸ਼ਮ ਕਰਕੇ ਵਰਣਨ ਕੀਤੀ ਹੈ, ਬਹੁਤਾ ਜ਼ਿਆਦਾ ਵਿਸਥਾਰ ਨਹੀਂ ਕੀਤਾ। 9 ਪ੍ਰਕਾਰ ਦੀ ਭਗਤੀ ਦੱਸਦਿਆਂ ਹੋਇਆਂ ਏਕ ਪ੍ਰਾਪਤ ਜਾਹੀ, ਇਹ 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਇੱਕ ਪ੍ਰਕਾਰ ਦੀ ਭਗਤੀ ਵੀ ਪ੍ਰਾਪਤ ਹੋ ਜਾਵੇ ਗੁਰੂ ਕੇ ਸਿੱਖ ਨੂੰ। ਕੁਲ ਸਮੇਤ ਤਰ ਹੈ ਭਵ ਸਾਗਰ, ਕੁਲ ਦੇ ਸਮੇਤ ਭਵ ਸਾਗਰ ਸੰਸਾਰ ਸਮੁੰਦਰ ਤੋਂ ਉਧਾਰ ਹੁੰਦਾ। 21 ਕੁਲਾਂ ਦਾ ਉਧਾਰ ਹੁੰਦਾ ਹੈ ਗੁਰੂ ਕੇ ਪਿਆਰੇ ਸਿੱਖ ਦਾ, ਜਿਹੜਾ ਇਹ 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਇੱਕ ਵੀ ਧਾਰਨ ਕਰ ਲਵੇ। ਅਵਰ ਤਰ੍ਹਾਂ ਤਿਹ ਸੰਗਾ, ਹੋਰ ਵੀ ਅਨੇਕਾਂ ਜੀਵਾਂ ਦਾ ਉਧਾਰ ਹੁੰਦਾ ਹੈ ਉਹਦੇ ਸੰਗੀ ਸਾਥੀ। ਭਗਤ ਕਰਤ ਮਾਇਆ ਨ ਮੋਹੇ, ਭਗਤੀ ਇਸ ਪ੍ਰਕਾਰ ਕਰਨਾ ਕਰੇ ਕਿ ਭਗਤੀ ਕਰਨ ਵਾਲੇ ਨੂੰ ਮਾਇਆ ਨਾ ਮੋਹਿਤ ਕਰੇ। ਰਚ ਹੈ ਹਰ ਕੇ ਰੰਗਾ, ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਰੰਗ ਦੇ ਵਿੱਚ ਰਚ ਜਾਣਾ ਕਰੇ। ਮਸਤ ਹੋ ਕੇ ਤਦਾਕਾਰ ਹੋ ਕੇ ਪਰਮਾਤਮਾ ਦੀ ਭਗਤੀ ਕਰੇ। ਚੂਰ ਕਾ ਛੰਦ ਮਰਦਾਨਾ ਸੁਨ ਕਰ ਤਬੈ, ਭਾਈ ਮਰਦਾਨੇ ਨੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਸਰਵਣ ਕੀਤੇ। ਪਦ ਪਰ ਧਰ ਲਿਲਾਰ ਅਲਾਵੈ, ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਭਾਈ ਮਰਦਾਨਾ ਬੇਨਤੀ ਕਰਨ ਲੱਗਾ। ਸਤ ਬਚਨ ਤੁਮ ਕਹਿਤ ਹੋ, ਇਹ ਸਤਿਗੁਰੂ ਜੀਓ, ਆਪ ਜੀ ਦੇ 7 ਬਚਨ ਹਨ, ਸੱਚੇ ਹਨ ਆਪ ਜੀ ਦੇ ਬਚਨ। ਜੇ ਭਵ ਕੇ ਦੁਖ ਦਾਰ ਮਿਟਾਵੈ, ਜਿਹੜੇ ਆਪ ਜੀ ਦੇ ਬਚਨ ਨੇ ਨਾ ਭਵ ਸਾਗਰ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਨੇ ਤੇ ਦੁੱਖਾਂ ਨੂੰ ਖਤਮ ਕਰ ਦਿੰਦੇ ਹਨ। ਦਵਈਆ ਛੰਦ ਇਤਨੇ ਮਹਿ ਲਾਲੋ ਤਹ ਆਵਾ, ਇੰਨੇ ਸਮੇਂ ਦੇ ਵਿੱਚ ਭਾਈ ਲਾਲੋ ਜੀ ਵੀ ਆ ਗਏ ਨੇ। ਇਹ ਬਿਦ ਕਹਿਓ ਸੁਨਾਈ, ਸਤਿਗੁਰੂ ਜੀ ਨੂੰ ਬੇਨਤੀ ਕੀਤੀ ਭਾਈ ਮਰਦਾਨੇ ਨੇ। ਭਾਈ ਲਾਲੋ ਨੇ ਦੋਨੇ ਹੱਥ ਜੋੜ ਕੇ ਅਚਵੋ ਅਸਨ ਚੱਲੋ ਸ਼੍ਰੀ ਨਾਨਕ, ਇਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾਸਰੇ ਦੀ ਬੇਨਤੀ ਹੈ ਕਿ ਭੋਜਨ ਤਿਆਰ ਹੋ ਗਿਆ, ਭੋਜਨ ਛਕੋ ਜੀ ਕਿਰਪਾ ਕਰਕੇ। ਦੁਖ ਕੁੰਜਰ ਮਿਰਗਾਈ, ਇਹ ਸਤਿਗੁਰੂ ਜੀ ਦੁੱਖਾਂ ਰੂਪ ਜੰਗਲ ਨੂੰ ਤੁਸੀਂ ਜੋ ਸਤਿਗੁਰੂ ਜੀਓ ਜਿਹੜੇ ਦੁੱਖ ਨੇ ਨਾ ਦੁੱਖ, ਉਹਨਾਂ ਨੂੰ ਤੁਸੀਂ ਇਸ ਪ੍ਰਕਾਰ ਖਤਮ ਕਰਨ ਵਾਲੇ ਹੋ ਜਿਵੇਂ ਜਦੋਂ ਸ਼ੇਰ ਬੁੱਕਦਾ ਹੈ, ਸ਼ੇਰ ਆਵੇ ਜਦੋਂ ਜੰਗਲ ਦੇ ਵਿੱਚ ਤੇ ਜਿਹੜੇ ਮਿਰਗ ਨੇ ਨਾ ਉਹ ਸਾਰੇ ਭੱਜ ਜਾਂਦੇ ਹਨ। ਸਤਿਗੁਰੂ ਜੀ ਆਪ ਜੀ ਨੂੰ ਦੇਖ ਕੇ ਜਿਹੜੇ ਦੁੱਖਾਂ ਰੂਪ ਮਿਰਗ ਨੇ ਨਾ ਉਹ ਖਤਮ ਹੋ ਜਾਂਦੇ, ਭੱਜ ਜਾਂਦੇ ਹਨ। ਭਵ ਬੰਧਨ ਪੰਨਗ ਜੇ ਗਰਸੇ, ਹਾਂਜੀ, ਜੋ ਸੰਸਾਰਕ ਬੰਧਨਾਂ ਦੇ ਵਿੱਚ ਜਿਹੜੇ ਗਰਸੇ ਹੋਏ ਹਨ, ਬੈਨ ਤੈ ਹੋ ਤਿਨ ਕੋ, ਇਹ ਸਤਿਗੁਰੂ ਜੀ ਉਹਨਾਂ ਨੂੰ ਤੁਸੀਂ ਖਤਮ ਕਰਨ ਵਾਲੇ ਹੋ। ਜਿਵੇਂ ਜੋ ਸੱਪ ਚੰਬੜੇ ਹੁੰਦੇ ਨੇ ਨਾ, ਇਸੇ ਹੀ ਤਰ੍ਹਾਂ ਜਿਨ੍ਹਾਂ ਨੂੰ ਭਵ ਸਾਗਰ ਸੰਸਾਰ ਸਮੁੰਦਰ ਦੇ ਵਿੱਚ ਜਿਹੜੇ ਬੰਧਨ ਚੰਬੜੇ ਹੋਏ ਹਨ ਸੱਪਾਂ ਦੀ ਤਰ੍ਹਾਂ, ਤੇ ਉਹਨਾਂ ਨੂੰ ਸਤਿਗੁਰੂ ਜੀਓ ਉਹ ਸੱਪਾਂ ਨੂੰ ਭਵ ਸਾਗਰ ਦੇ ਸੰਸਾਰ ਦੇ ਬੰਧਨਾਂ ਨੂੰ ਤੁਸੀਂ ਨਾਸ਼ ਕਰਨ ਵਾਲੇ ਹੋ। ਜਿਵੇਂ ਗਰੁੜ ਸੱਪ ਖਾ ਜਾਂਦਾ ਹੈ, ਇਸੇ ਹੀ ਤਰ੍ਹਾਂ ਸਤਿਗੁਰੂ ਜੀ ਸੰਸਾਰਕ ਦੁੱਖਾਂ ਨੂੰ ਭਵ ਸਾਗਰ ਦੇ ਬੰਧਨਾਂ ਨੂੰ ਤੁਸੀਂ ਖੈ ਕਰਨ ਵਾਲੇ, ਖਤਮ ਕਰਨ ਵਾਲੇ ਹੋ। ਕਰ ਕਿਰਤਾਰਥ ਮੁਝ ਕਰਨਾ ਕਰ, ਇਹ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕੀਤੀ, ਮੇਰੇ ਗਰੀਬ ਦੇ ਗ੍ਰਹਿ ਵਿਖੇ ਚਰਨ ਪਾਏ, ਬੜੀ ਕਿਰਪਾ ਕੀਤੀ ਹੈ। ਆਨੰਦ ਪਾਏ ਅਸਨ ਸੁਖ ਅਸਨ ਕੋ, ਜਦੋਂ ਆਪ ਜੀ ਭੋਜਨ ਛਕੋਗੇ ਮੇਰੇ ਘਰ ਦੇ ਵਿੱਚੋਂ, ਸੁਨ ਕਰ ਸ੍ਰੀ ਮੁਖ ਬਚਨ ਭਾਖੇ, ਸਤਿਗੁਰੂ ਜੀ ਨੇ ਇਹ ਬਚਨ ਕਹੇ ਨੇ ਭਾਈ ਲਾਲੋ ਦੀ ਬੇਨਤੀ ਸੁਣ ਕੇ। ਅਨਹੁ ਇਹ ਠਾਂ ਜਾਈ, ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਲਾਲੋ ਇਸ ਸਥਾਨ ਦੇ ਉੱਪਰ ਹੀ ਭੋਜਨ ਲੈ ਕੇ ਆਉਣਾ ਕਰ। ਕਹਿ ਲਾਲੋ ਤੁਮਰੇ ਗਲ ਜੰਜੂ, ਸਤਿਗੁਰੂ ਜੀ ਨੂੰ ਬੇਨਤੀ ਕੀਤੀ ਭਾਈ ਲਾਲੋ ਨੇ ਕਿ ਸਤਿਗੁਰੂ ਜੀਓ, ਜੋ ਆਪ ਜੀ ਹਿੰਦੂ ਧਰਮ ਦੇ ਵਿੱਚੋਂ ਮੈਨੂੰ ਪ੍ਰਤੀਤ ਹੁੰਦੇ ਹੋ,
ਵਹਿਰ ਅਸਨ ਕਿਉ ਪਾਈ। ਤੇ ਜੇ ਆਪ ਹਿੰਦੂ ਧਰਮ ਦੇ ਵਿੱਚੋਂ ਹੋ ਤੇ ਫੇਰ ਚੌਂਕੇ ਤੋਂ ਬਾਹਰ ਕਿਉਂ ਭੋਜਨ ਛਕਦੇ ਹੋ? ਕਿਉਂਕਿ ਭਾਈ ਲਾਲੋ ਪਹਿਲੀ ਵਾਰ ਸਤਿਗੁਰੂ ਜੀ ਨੂੰ ਮਿਲਿਆ ਸੀ। ਇਸ ਕਰਕੇ ਭਾਈ ਲਾਲੋ ਨੂੰ ਸਤਿਗੁਰੂ ਜੀ ਦੇ ਸਿਧਾਂਤ ਦੇ ਬਾਰੇ ਕੋਈ ਬਹੁਤਾ ਜ਼ਿਆਦਾ ਪਤਾ ਨਹੀਂ ਹੈ। ਇਸ ਕਰਕੇ ਭਾਈ ਲਾਲੋ ਨੇ ਬੇਨਤੀ ਕੀਤੀ ਹੈ। ਭਾਈ ਲਾਲੋ ਦੇ ਭਰਮ ਨੂੰ ਦੂਰ ਕਰ ਰਹੇ ਨੇ ਸਤਿਗੁਰੂ ਜੀ। ਚੌਂਕੇ ਅੰਦਰ ਚੱਲ ਕਰ ਜੋਵੈ। ਸੋ ਭਾਈ ਲਾਲੋ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਚੌਂਕੇ ਦੇ ਵਿੱਚ ਬੈਠ ਕੇ, ਜਿੱਥੇ ਪਵਿੱਤਰ ਅਸਥਾਨ ਹੈ ਨਾ, ਉੱਥੇ ਬੈਠ ਕੇ ਭੋਜਨ ਛਕੋ ਜੀ। ਉਤਮ ਜਨਮ ਤੁਮਾਰਾ। ਇਹ ਸਤਿਗੁਰੂ ਜੀ ਉਹ ਉੱਤਮ ਸ੍ਰੇਸ਼ਟ ਗ੍ਰਹਿ ਦੇ ਵਿੱਚ, ਸ੍ਰੇਸ਼ਟ ਘਰ ਦੇ ਵਿੱਚ, ਸ੍ਰੇਸ਼ਟ ਘਰਾਣੇ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਇਸ ਕਰਕੇ ਇਹ ਮਰਿਆਦਾ ਨੂੰ ਪ੍ਰਮੁੱਖ ਰੱਖਣਾ ਚਾਹੀਦਾ ਹੈ। ਜੇ ਇਹ ਠਾਹਾਂ ਮੰਗਵਾਵੋ ਸੁਆਮੀ। ਜੇ ਸਤਿਗੁਰੂ ਜੀ ਉਹ ਇਸ ਅਸਥਾਨ ਤੇ ਹੀ ਮੰਗਵਾਓਗੇ ਭੋਜਨ, ਸੰਸੈ ਖੋਏ ਹਮਾਰਾ। ਫਿਰ ਮੇਰਾ ਸ਼ੰਕਾ ਦੂਰ ਕਰ ਦੇਣਾ ਕਰੋ ਜੀ। ਪੰਡਤਾਂ ਨੇ ਕਿਉਂ ਭਰਮ ਪਾਇਆ ਹੈ ਕਿ ਚੌਂਕੇ ਦੇ ਵਿੱਚ ਬੈਠ ਕੇ ਭੋਜਨ ਛਕਣਾ ਚਾਹੀਦਾ? ਜਿੱਥੇ ਅਸਥਾਨ ਨੂੰ ਪਵਿੱਤਰ ਕੀਤਾ ਹੋਵੇ, ਗੋਬਰ ਫੇਰ ਕੇ, ਗੋਬਰ ਦਾ ਪੋਚਾ ਫੇਰ ਕੇ ਤੇ ਪੰਡਤ ਲੋਕ ਉੱਥੇ ਬੈਠ ਕੇ ਭੋਜਨ ਛਕਦੇ ਨੇ। ਕਹਿੰਦੇ ਨੇ ਇਹ ਅਸਥਾਨ ਪਵਿੱਤਰ ਹੈ। ਤੇ ਭਾਈ ਲਾਲੋ ਜੀ ਦੇ ਹਿਰਦੇ ਦੇ ਵਿੱਚੋਂ ਭਰਮ ਦੂਰ ਕਰਨ ਵਾਸਤੇ ਸਤਿਗੁਰੂ ਜੀ ਬਚਨ ਕਹਿ ਰਹੇ ਨੇ। ਆਓ ਜੀ ਸੁਣੀਏ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਲਾਲੋ, ਸ਼ੰਕਾ ਨਾ ਕਰ ਮਨ ਦੇ ਵਿੱਚ। ਜਿੰਨੀ ਵੀ ਧਰਤੀ ਹੈ ਨਾ, ਹਾਂਜੀ, ਇਹ ਸਾਰੀ ਹੀ ਧਰਤੀ, ਜਿਤਨੋ ਚੌਂਕਾ ਜਾਨੋ। ਇਹ ਸਾਰੀ ਧਰਤੀ ਨੂੰ ਚੌਂਕਾ ਹੀ ਮੰਨ ਲੈਣਾ ਕਰ। ਸਾਰੀ ਧਰਤੀ ਪਵਿੱਤਰ ਹੈ, ਕਿਉਂਕਿ ਸਾਰੀ ਧਰਤੀ ਪਰਮਾਤਮਾ ਨੇ ਰਚੀ ਹੈ। ਇਸ ਕਰਕੇ ਇਹ ਸਾਰੀ ਧਰਤੀ ਪਵਿੱਤਰ ਹੈ। ਧਰਤੀ ਨੂੰ ਸਾਫ਼ ਕਰਕੇ ਬੈਠਣਾ ਚਾਹੀਦਾ, ਸਾਫ਼ ਅਸਥਾਨ ਦੇ ਉੱਪਰ ਬੈਠਣਾ ਚਾਹੀਦਾ ਹੈ। ਇਹ ਗੱਲ ਚੰਗੀ ਹੈ, ਪਰ ਧਰਤੀ ਦੇ ਵਿੱਚ ਇਹ ਭਰਮ ਨਹੀਂ ਮੰਨਣਾ ਚਾਹੀਦਾ। ਜਿਵੇਂ ਪੰਡਤਾਂ ਨੇ ਇਹ ਮੰਨਿਆ ਹੈ ਕਿ ਜਿੱਥੇ ਪੋਚਾ ਫੇਰਿਆ ਹੋਵੇ, ਗੋਬਰ ਫੇਰਿਆ ਹੋਵੇ, ਉਹ ਧਰਤੀ ਸੁੱਚੀ ਹੈ, ਉਹ ਧਰਤੀ ਸਾਫ਼ ਹੈ। ਸਤਿਗੁਰੂ ਜੀ ਨੇ ਇਹ ਭਰਮ ਦੂਰ ਕਰਨ ਵਾਸਤੇ ਬਚਨ ਕੀਤੇ। ਸੱਚ ਰੱਤੇ ਸੇ ਸੂਚੇ ਹੋਏ। ਹਾਂਜੀ, ਜਿਹੜੇ ਸੱਚ ਦੇ ਵਿੱਚ ਰੱਤੇ ਹੋਏ ਨੇ ਨਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚਾ ਨਾਮ ਹੈ, ਤੇ ਉਹ ਸੁੱਚੇ ਹੋ ਗਏ ਨੇ। ਸੂਚੇ ਸੇ ਹੀ ਆਖੀ ਹੈ, ਉਹ ਸੁੱਚੇ ਕਹੇ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਤੋ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬੇਅੰਤ ਵਾਰ ਬਚਨ ਕਹੇ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਅਨੇਕਾਂ ਬਚਨ ਕੀਤੇ ਨੇ ਕਿ ਪੰਡਤ ਲੋਕ ਨੇ ਨਾ ਜਿਹੜੇ, ਉਹਨਾਂ ਨੇ ਐਵੇਂ ਜੋ ਭਰਮ ਪਾਇਆ ਹੋਇਆ ਹੈ ਜੀਵਾਂ ਦੇ ਹਿਰਦੇ ਦੇ ਵਿੱਚ, ਉਹ ਭਰਮ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਬਚਨ ਕੀਤੇ ਸਨ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਗੰਗਾ ਤੇ ਗਏ ਤੇ ਉੱਥੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੰਡਤ ਕਹਿਣ ਲੱਗੇ ਕਿ ਅਸੀਂ ਸੁੱਚਾ ਭੋਜਨ ਤਿਆਰ ਕੀਤਾ ਹੈ। ਆਪ ਬੜੀ ਮਰਿਆਦਾ ਦੇ ਨਾਲ ਚੌਲ ਧੋ ਕੇ, ਲੱਕੜਾਂ ਧੋ ਕੇ ਅਤੇ ਨਵਾਂ ਚੁੱਲ੍ਹਾ ਬਣਾ ਕੇ ਉੱਥੇ ਭੋਜਨ ਤਿਆਰ ਕੀਤਾ, ਪੋਚਾ ਫੇਰਿਆ ਹੈ, ਉੱਥੇ ਬੈਠ ਕੇ ਭੋਜਨ ਛਕੋ। ਕਾਰਾਂ ਕੱਢ ਦਿੱਤੀਆਂ ਪੰਡਤਾਂ ਨੇ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਇਹ ਚੌਂਕਾ ਸੁੱਚਾ ਕੀਤਾ ਹੋਇਆ ਕੀ ਕਰੇਗਾ? ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ ਲੀਕਾਂ ਕੱਢੀਆਂ ਕੀ ਕਰਨਗੀਆਂ? ਜੋ ਚਾਰੇ ਹੀ ਔਗਣ ਤੁਹਾਡੇ ਵਿੱਚ ਆ ਗਏ ਨੇ, ਤੁਹਾਡੇ ਹਿਰਦੇ ਦੇ ਵਿੱਚ ਨੇ। ਫਿਰ ਬਚਨ ਕੀਤੇ ਨੇ ਕਿ ਸੁਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਉੱਤਮ ਸਈ, ਜੇ ਪਾਪਾਂ ਪੰਧ ਨਾ ਦੇਹੀ। ਜਿਹੜੇ ਪਾਪਾਂ ਦੇ ਰਾਹ ਦੇ ਉੱਪਰ ਨਹੀਂ ਚੱਲਦੇ ਉਹ ਸੁੱਚੇ ਕਹੇ ਜਾਂਦੇ ਨੇ। ਤੁਸੀਂ ਤਾਂ ਪਾਪ ਕਰਦੇ ਹੋ, ਗੰਗਾ ਜਲ ਕਹਿ ਕਹਿ ਕੇ ਤੇ ਸ਼ਰਾਬ ਪੀ ਜਾਂਦੇ ਹੋ, ਮੱਛੀਆਂ ਨੂੰ ਫੜ ਫੜ ਕੇ ਤਲ ਕੇ ਖਾਂਦੇ ਹੋ, ਕਹਿੰਦੇ ਜਲ ਤੋਰੀਆਂ ਨੇ। ਇਸ ਪ੍ਰਕਾਰ ਲੋਕਾਂ ਦੀਆਂ ਅੱਖਾਂ ਤੋਂ ਜੋ ਪਰੋਖੇ ਹੋ ਕੇ, ਕਹਿਣ ਤੋਂ ਭਾਵ ਕਿ ਲੁਕ ਕੇ ਤੁਸੀਂ ਅਨੇਕਾਂ ਤਰ੍ਹਾਂ ਦੇ ਪਾਪ ਕਰਦੇ ਹੋ, ਝੂਠ ਬੋਲ ਕੇ ਲੋਕਾਂ ਨੂੰ ਲੁੱਟਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਤੁਹਾਡੇ ਕੀਤੇ ਪਾਪ ਪ੍ਰਗਟ ਹੋਣਗੇ। ਇਹ ਪਾਵਨ ਪਵਿੱਤਰ ਬਚਨ ਕੀਤੇ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਮਨ ਕੋ ਭਰਮ ਮਿਟਾਨੋ। ਮਨ ਦਾ ਭਰਮ ਦੂਰ ਕਰ ਦਿੱਤਾ ਹੈ। ਗੁਰੂ ਉਹ ਹੈ ਜਿਹੜਾ ਸਿੱਖ ਦੇ ਹਿਰਦੇ ਦੇ ਵਿੱਚੋਂ ਭਰਮ ਦੂਰ ਕਰ ਦੇਵੇ। ਗੋ ਤੋਂ ਭਾਵ ਗਿਆਨ, ਗੋ ਤੋਂ ਭਾਵ ਜੋ
ਅਗਿਆਨਤਾ ਦੇ ਹਨੇਰੇ ਨੂੰ ਮਟਾ ਕੇ ਰੂਪ ਪ੍ਰਕਾਸ਼ ਕਰ ਦੇਵੇ ਹਿਰਦੇ ਦੇ ਵਿੱਚ, ਉਹਨੂੰ ਗੁਰੂ ਕਿਹਾ ਜਾਂਦਾ ਹੈ। ਐਸੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਜੋ ਬਚਨ ਕਰਦਿਆਂ ਹੋਇਆਂ ਸਤਿਗੁਰੂ ਜੀ ਦੱਸਣਗੇ ਕਿ ਇਹ ਜਿਹੜੇ 5 ਪ੍ਰਕਾਰ ਦੇ ਲੋਕ ਨੇ, ਇਹਨਾਂ ਤੋਂ ਕਿਵੇਂ ਪੱਤ ਰੱਖੀਏ। ਇਹ ਕਲੀਓ 5 ਭੀਤੀਓ ਕਿਉ ਕਰ ਰੱਖਾ ਪੱਤ, ਜੇ ਕਰ ਨਿਵਾਤਾ ਆਖੀਐ ਡਰਦਾ ਕਰੈ ਭਗਤ। ਜੇ ਨੀਵੇਂ ਹੋਈਏ ਤੇ ਕਹਿੰਦੇ ਨੇ ਕਿ ਡਰਦਾ ਭਗਤੀ ਕਰਦਾ ਹੈ, ਜੇ ਬੋਲੀਏ ਸੱਚ ਕਹੀਏ ਤੇ ਫੇਰ ਕਹਿੰਦੇ ਨੇ ਬਕ ਬਕ ਕਰੈ ਬਹੁਤ। ਤੇ ਇਸ ਪ੍ਰਕਾਰ ਸਤਿਗੁਰੂ ਜੀ ਨੇ ਅਖੀਰ ਦੇ ਵਿੱਚ ਬਚਨ ਕਹੇ ਨੇ ਕਿ ਜੋ ਇਹ ਲੋਕਾਂ ਤੋਂ ਕਿਵੇਂ ਪੱਤ ਰੱਖੀਏ, ਇਸ ਪ੍ਰਕਾਰ ਦੇ ਬਚਨ ਕੱਲ ਦੇ ਪ੍ਰਸੰਗ ਦੇ ਵਿੱਚ ਵੀ ਸਰਵਣ ਕਰਾਂਗੇ। ਸਤਿਗੁਰੂ ਜੀ ਦਾ ਇਤਿਹਾਸ ਬੜਾ ਮਹਾਨ ਹੈ। ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਸਾਡੇ ਅੰਦਰ ਜਿਹੜੇ ਔਗਣ ਨੇ ਨਾ, ਉਹਨਾਂ ਔਗਣਾਂ ਨੂੰ ਖਤਮ ਕਰ ਦਿਓ ਅਤੇ ਆਪਣੇ ਜੋ ਸ੍ਰੇਸ਼ਟ ਮਤ ਹੈ, ਗੁਰਮਤ ਹੈ, ਉਹ ਸਾਡੇ ਹਿਰਦੇ ਦੇ ਵਿੱਚ ਸੰਪੂਰਨ ਤੌਰ ਤੇ ਭਰ ਦਿਓ ਜੀ। ਇਹ ਕਿਰਪਾ ਕਰੋ। ਗੁਰੂ ਕਾ ਇਤਿਹਾਸ ਬੜਾ ਮਹਾਨ ਹੈ। ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣਹਾਰ। ਬਖਸ਼ਣਹਾਰ ਬਖਸ਼ ਲੈਣ ਨਾਨਕ ਪਾਰ ਉਤਾਰ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ, ਤਿਤਨੋ ਚੌਂਕਾ ਜਾਨੋ। ਸੱਚ ਰਤੇ ਸੇ ਸੂਝੇ ਹੋਏ, ਮਨ ਕੋ ਭਰਮ ਮਿਟਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।